ਇੱਥੇ ਅਮਿਤੋਜ ਮਾਨ ਜੀ ਵੀ ਹੈਗੇ ਨੇ, ਇਹ ਵੀ ਹਰ ਜਗ੍ਹਾ ਹੀ ਤੁਸੀਂ ਇਹਨਾਂ ਨੂੰ ਦੇਖਦੇ ਹੋ। ਬਰਗਾੜੀ ਮੋਰਚਾ ਲੱਗਾ ਹੁੰਦਾ ਉੱਥੇ ਵੀ ਜਾਂਦੇ ਨੇ। ਕੌਮ ਬਾਕੀ ਆਪਦੇ ਵੱਲੋਂ ਜੋ ਫੈਸਲੇ ਕਰਦੀ, ਕੌਮ ਜੋ ਸਜ਼ਾ ਦਿੰਦੀ ਉਹ ਤਾਂ ਦਿੰਦੀ ਹੈ, ਪਰ ਕਾਨੂੰਨ ਵੀ ਤਾਂ ਕੁਛ ਕਰੇ। ਜੇ ਬਾਈਬਲ ਬਾਰੇ ਆਣੀ ਹੈ ਕਿ 2 ਬੰਦਿਆਂ ਦੇ ਕਤਲ ਸ਼ਰੇਆਮ ਹੋਏ, ਕੀਰਤਨ ਕਰਦੇ ਬੰਦਿਆਂ ਤੇ ਗੋਲੀਆਂ ਚਲਾਈਆਂ ਗਈਆਂ, ਤਾਂ ਕੀ ਉਹਦੇ ਜਿਹੜੇ ਮੁੱਖ ਦੋਸ਼ੀ ਨੇ ਉਹਨਾਂ ਤੇ ਕੇਸ ਨਹੀਂ ਚੱਲਣਾ ਚਾਹੀਦਾ? ਕਈ ਵਾਰ ਤੇ ਮੈਨੂੰ ਨਾ ਸੰਗ ਜੀ ਆ ਜਾਂਦੀ, ਆਪ ਹੀ ਕੰਪੈਰੀਜ਼ਨ ਜਾਂ ਜਦੋਂ ਕਰਕੇ ਬਹਿ ਜਾਂਦੇ। ਇੱਕ ਬੰਨੇ ਉਹ ਸੂਰਬੀਰ ਬਹਾਦਰ ਯੋਧੇ, ਇੱਕ ਬੰਨੇ ਕਿਹਦੇ ਨਾਲ ਕੰਪੈਰੀਜ਼ਨ ਕਰ ਰਹੇ ਆ। ਫਿਰ ਮੈਂ ਕਈ ਵਾਰ ਸੋਚਦਾ ਹੈਗਾ ਕਿ ਜਿਹੜੀਆਂ ਇੱਥੋਂ ਦੀਆਂ ਹਕੂਮਤਾਂ, ਇੱਥੋਂ ਦੀਆਂ ਅਦਾਲਤਾਂ ਜ਼ਬਰ ਜਨਾਹ ਕਰਨ ਵਾਲੇ ਦੋਸ਼ੀਆਂ ਨੂੰ ਪੈਰੋਲ ਦਿੰਦੀਆਂ ਨੇ, ਉਹ 56 ਦਿਨਾਂ ਬਾਅਦ ਹੀ ਦੁਬਾਰਾ ਫਿਰ 40 ਦਿਨਾਂ ਦੀ ਮਿਲ ਜਾਂਦੀ ਹੈਗੀ ਆ, ਪਰ ਬੰਦੀ ਸਿੰਘਾਂ ਨੂੰ ਪੈਰੋਲ ਨਹੀਂ ਦਿੱਤੀ ਜਾਂਦੀ। ਤੁਹਾਨੂੰ ਕੀ ਲੱਗਦਾ ਹੈਗਾ ਕਿ ਉਹਨਾਂ ਨੂੰ ਪੈਰੋਲ ਦੇ ਦਿੱਤੀ ਜਾਂਦੀ ਹੈ, ਪਰ ਇਹਨਾਂ ਨੂੰ ਪੈਰੋਲ ਕਿਉਂ ਨਹੀਂ? ਅਸੀਂ ਇਹ ਤੁਹਾਡੇ ਔਰ ਮੈਨੂੰ ਨਹੀਂ ਦੱਸ ਰਹੇ, ਸਾਨੂੰ ਤਾਂ ਪਤਾ ਹੈ। ਅਸੀਂ ਤਾਂ ਅੰਦੋਲਨ ਹੈ ਇਸ ਗੱਲ ਨੂੰ ਲੈ ਕੇ। ਅਸੀਂ ਉਸ ਬਾਕੀ 130 ਕਰੋੜ ਨੂੰ ਦੱਸ ਰਹੇ ਹਾਂ ਕਿ ਵੇਖੋ, ਤੁਸੀਂ ਹੱਕ ਔਰ ਇਨਸਾਫ ਦੀਆਂ ਗੱਲਾਂ ਕਰਦੇ ਹੋ, ਵੇਖੋ ਸਾਡੇ ਨਾਲ ਧੱਕਾ ਕੀ ਹੋ ਰਿਹਾ, ਸਾਡੇ ਕੌਮ ਦੇ ਯੋਧਿਆਂ ਨਾਲ। ਇਸ ਕਰਕੇ ਕਰ ਰਹੇ ਹਾਂ ਕਿ ਜੇ ਇਹ ਮੋਰਚਾ ਸਫਲ ਹੋ ਗਿਆ ਨਾ, ਤਾਂ ਸ਼ਾਇਦ ਆਪਾਂ ਨੂੰ ਧਰਨੇ ਔਰ ਮੋਰਚੇ ਲਾਉਣੇ ਨਾ ਪੈਣ। ਉਹਦੇ ਤੋਂ ਹੀ ਇੱਕ ਅਜਿਹਾ ਰਸਤਾ ਨਿਕਲੂਗਾ ਕਿ ਜਿਹੜਾ ਅਸੀਂ ਉਸ ਤੋਂ ਬਾਅਦ ਸਾਡੀਆਂ ਸਾਰੀਆਂ ਹੀ ਮੰਗਾਂ ਪੂਰੀਆਂ ਹੋ ਜਾਣ। ਸੋ ਆਪਾਂ ਪੱਕਾ ਮੋਰਚਾ ਲੱਗਾ ਹੋਇਆ, ਜਿੱਥੇ ਆਪਾਂ ਉੱਥੇ ਹੀ ਹੈਗੇ ਆ। ਮੈਂ ਤੁਹਾਨੂੰ ਬਾਹਰ ਦੇ ਸਾਰੇ ਹਾਲਾਤ ਵਿਖਾਏ, ਕਿਵੇਂ ਗੁਰੂ ਕੇ ਲੰਗਰ ਚੱਲ ਰਹੇ ਨੇ, ਕਿਵੇਂ ਨੌਜਵਾਨਾਂ ਦੇ ਅੰਦਰ ਉਤਸ਼ਾਹ ਹੈਗਾ, ਕਿਵੇਂ ਬਰਤਨਾਂ ਦੀ ਕੋਈ ਸੇਵਾ ਕਰ ਰਿਹਾ, ਕੋਈ ਲੰਗਰ ਪਕਾ ਰਿਹਾ ਹੈਗਾ, ਕੋਈ ਆਲੂ ਛਿਲ ਰਿਹਾ ਹੈਗਾ। ਨੌਜਵਾਨਾਂ ਦੇ ਵਿੱਚ ਪੂਰਾ ਉਤਸ਼ਾਹ ਹੈ, ਬੀਬੀਆਂ ਦੇ ਵਿੱਚ ਉਤਸ਼ਾਹ ਹੈ, ਸਾਰਾ ਕੁਝ ਤੁਸੀਂ ਦੇਖ ਰਹੇ ਹੋ। ਕੌਮ ਦੇ ਵਿੱਚ ਪੂਰਾ ਉਤਸ਼ਾਹ ਹੈ। ਜਿੱਦਾਂ ਮੈਂ ਬਾਹਰ ਵੀ ਗੱਲ ਕਰਦਾ ਸੀਗਾ ਕਿ ਕੌਮ ਨੇ ਅੱਜ ਤੱਕ ਕਦੇ ਵੀ ਪਿੱਠ ਨਹੀਂ ਦਿਖਾਈ ਹੈ। ਜਿੱਦਾਂ ਦਾ ਵੀ ਸੰਘਰਸ਼ ਕੌਮ ਦੇ ਆਗੂਆਂ ਵੱਲੋਂ ਆਵਾਜ਼ ਮਾਰੀ ਜਾਂਦੀ ਹੈ ਕੌਮ ਨੂੰ ਕਿ ਆਓ ਅਸੀਂ ਫਲਾਣੀ ਜਗ੍ਹਾ ਤੇ ਧਰਨਾ, ਅਸੀਂ ਮੋਰਚਾ ਲਾਇਆ, ਪੰਜਾਬ ਤੋਂ ਇਲਾਵਾ ਖਾਲਸਾ ਪੰਥ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਕੌਮ ਕਦੇ ਵੀ ਪਿੱਠ ਨਹੀਂ ਦਿਖਾਉਂਦੀ ਹੈ। ਪਰ ਜਦੋਂ ਧਰਨੇ ਜਾਂ ਮੋਰਚੇ ਖਤਮ ਹੁੰਦੇ ਆ ਤੇ ਉਸ ਤੋਂ ਬਾਅਦ ਅਕਸਰ ਕੌਮ ਦੇ ਵਿੱਚ ਇਹ ਗੱਲ ਜ਼ਰੂਰ ਕਈ ਵਾਰ ਤੁਰ ਪੈਂਦੀ ਹੈ ਕਿ ਸਾਡੀ ਝੋਲੀ ਦੇ ਵਿੱਚ ਜੇ ਪਈ ਹੈ ਤਾਂ ਕੇਵਲ ਤੇ ਕੇਵਲ ਨਿਰਾਸਤਾ। ਔਰ ਉਹ ਨਿਰਾਸਤਾ ਦਾ ਜਿਹੜਾ ਹੈਗਾ ਭਾਂਡਾ ਕਈ ਵਾਰ ਤੇ ਜਿਹੜੇ ਆਗੂ ਹੁੰਦੇ ਨੇ, ਜਿਹੜੇ ਸੰਘਰਸ਼ਾਂ ਦੀ ਅਗਵਾਈ ਕਰਦੇ ਆ, ਉਹਨਾਂ ਦੇ ਸਿਰ ਭੰਨਿਆ ਜਾਂਦਾ ਹੈ, ਔਰ ਕਈ ਵਾਰ ਸਰਕਾਰਾਂ ਦੇ ਸਿਰ ਦੇ ਉੱਪਰ ਭੰਨ ਕੇ ਹੀ ਬੁੱਤਾ ਲਾ ਲਿਆ ਜਾਂਦਾ। ਪਰ ਗੱਲ ਇਹ ਆ ਕਿ ਜਿਹੜੇ ਮਸਲਿਆਂ ਨੂੰ ਲੈ ਕੇ ਧਰਨੇ ਤੇ ਮੋਰਚੇ ਲਾਏ ਜਾਂਦੇ ਆ, ਉਹ ਮਸਲੇ ਹੱਲ ਹੋਣ ਦਾ ਨਾਮ ਨਹੀਂ ਲੈਂਦੇ। ਆਖਰ ਵਜ੍ਹਾ ਕੀ ਹੈਗੀ ਆ? ਇੱਥੇ ਵੀ ਹੈਗੇ ਨੇ ਬਾਪੂ ਗੁਰਚਰਨ ਸਿੰਘ ਜੀ ਹੈਗੇ ਨੇ, ਧਰਮੀ ਪਿਤਾ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ, ਨਜ਼ਰਬੰਦ ਤਿਹਾੜ ਜੇਲ੍ਹ ਦਿੱਲੀ। ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। ਭਾਈ ਪਾਲ ਸਿੰਘ ਜੀ ਫਰਾਂਸ ਹੈਗੇ ਨੇ, ਇਸ ਵੇਲੇ ਇੱਥੇ ਮੁੱਖ ਪ੍ਰਬੰਧਕ ਹੈਗੇ ਨੇ, ਆਪਾਂ ਇਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ। ਸੋ ਇੱਥੇ ਅਮਿਤੋਜ ਮਾਨ ਜੀ ਵੀ ਹੈਗੇ ਨੇ, ਇਹ ਵੀ ਹਰ ਜਗ੍ਹਾ ਹੀ ਤੁਸੀਂ ਇਹਨਾਂ ਨੂੰ ਦੇਖਦੇ ਹੋ। ਬਰਗਾੜੀ ਮੋਰਚਾ ਲੱਗਾ ਹੁੰਦਾ ਉੱਥੇ ਵੀ ਜਾਂਦੇ ਨੇ ਔਰ ਹਾਜ਼ਰੀਆਂ ਭਰਦੇ ਨੇ। ਬਹੁਤ ਸਾਰੇ ਸੱਜਣ ਇਹਨਾਂ ਨੂੰ ਫਿਲਮਾਂ ਵਿੱਚ ਦੇਖਦੇ ਆ ਭਈ ਇਹ ਤਾਂ ਹੋਰ ਲਾਈਨ ਦੇ ਹੈਗੇ ਆ, ਪਰ ਜਿਹੜੇ ਹੋਰ ਲਾਈਨ ਦੇ ਜਿਹੜੇ ਸਮਝਦੇ ਆ ਉਹਨਾਂ ਦੇ ਅੰਦਰ ਵੀ ਦਰਦ ਹੈਗਾ। ਸੋ ਵੀ ਪੰਥ ਤੇ ਪੰਜਾਬ ਦਾ ਦਰਦ ਆਪਣੇ ਮਨਾਂ ਵਿੱਚ ਲੈ ਕੇ ਇੱਦਾਂ ਦੀਆਂ ਥਾਵਾਂ ਦੇ ਉੱਪਰ ਹਾਜ਼ਰੀ ਭਰਨ ਵਾਸਤੇ ਆਉਂਦੇ ਆ। ਆਪਾਂ ਥੋੜ੍ਹੀ ਜਿਹੀ ਗੱਲ ਉਹਨਾਂ ਨਾਲ ਵੀ ਕਰ ਲੈਂਦੇ ਆ। ਮਾਨ ਸਾਹਿਬ, ਕੀ ਕਹਿਣਾ ਚਾਹੁੰਦੇ ਹੋ ਜੀ? ਦੇਖੋ, ਕੌਮ ਜਾਗੀ ਹੋਈ ਹੈ, ਬਲਕਿ ਮੈਂ ਕਹਿਣਾ ਕਿ ਪੰਜਾਬ ਹੁਣ ਜਾਗ ਗਿਆ ਹੈ। ਕਿਸਾਨੀ ਸੰਘਰਸ਼ ਤੋਂ ਬਾਅਦ ਜਾਗ ਲੱਗ ਗਈ ਸੀ, ਅੱਜ ਕੌਮ ਜਾਗ ਗਈ ਹੈ ਕਿ ਸਾਡੇ ਜਿਹੜੇ ਸਤਿਕਾਰਤ ਨੇ, ਜਿਨ੍ਹਾਂ ਲਈ ਆਵਾਮ ਦੇ ਦਿਲਾਂ 'ਚ ਬਹੁਤ ਪਿਆਰ ਹੈ, ਉਹਨਾਂ ਨੂੰ 32 ਸਾਲ 27 ਸਾਲ 28 ਸਾਲ ਹੋ ਗਏ ਜੇਲ੍ਹਾਂ 'ਚ ਬੰਦ ਕੀਤਿਆਂ ਨੂੰ, ਉਹਨਾਂ ਨੂੰ ਬਾਹਰ ਕਢਾਉਣਾ ਹੈ। ਕਿਉਂਕਿ ਕੌਮ ਹਰ ਰੋਜ਼ ਵੇਖਦੀ ਆ ਸੌਦਾ ਸਾਧ ਵਰਗੇ ਬੰਦੇ ਸਾਲ 'ਚ 4-4 ਪੈਰੋਲਾਂ, ਤੇ ਸਾਡੇ ਉਹਨਾਂ ਸਿੰਘਾਂ ਨੂੰ ਹੈ ਹੀ ਨਹੀਂ, ਪੈਰੋਲ ਹੀ ਕੋਈ ਨਹੀਂ। ਇਹ ਤਾਂ ਇਨਸਾਨੀਅਤ ਦੀ ਕੋਈ ਗੱਲ ਨਹੀਂ। ਉਸੇ ਤਰ੍ਹਾਂ ਨਾਲ ਸਾਡੇ ਸਦੀਵੀ ਗੁਰੂ, ਉਹਨਾਂ ਦੀ ਕਿੰਨੇ ਵਾਰੀ ਬੇਅਦਬੀ ਹੋ ਗਈ। ਅਸੀਂ ਕੀ ਮੰਗ ਕਰ ਰਹੇ ਹਾਂ? ਅਸੀਂ ਮੰਗ ਇਹ ਕਰ ਰਹੇ ਹਾਂ ਕਿ 295A ਦੇ ਨਾਲ ਇੱਕ ਹੋਰ ਸੈਕਸ਼ਨ ਐਡ ਕੀਤਾ ਜਾਵੇ ਜੀ ਨੇਚਰ 302 ਵਰਗੀ ਹੋਵੇ। ਉਹ ਆਂਦੇ ਜੀ ਬਾਕੀ ਧਰਮ ਵੀ ਇਨਕਲੂਡ ਕਰੋ। ਅਸੀਂ ਕਿਆ ਕਰ ਲਓ, ਭਗਵਦ ਗੀਤਾ, ਕੁਰਾਨ ਸ਼ਰੀਫ, ਬਾਈਬਲ, ਗ੍ਰੰਥ ਸਾਹਿਬ ਕਿਸੇ ਨਾਲ ਹੋਵੇ ਤਾਂ ਕਾਨੂੰਨੀ ਲੈਵਲ ਤੇ ਤਾਂ ਇੱਕ ਗੱਲ ਹੋਵੇ। ਕੌਮ ਬਾਕੀ ਆਪਦੇ ਵੱਲੋਂ ਜੋ ਫੈਸਲੇ ਕਰਦੀ, ਕੌਮ ਜੋ ਸਜ਼ਾ ਦਿੰਦੀ ਉਹ ਤਾਂ ਦਿੰਦੀ ਹੈ, ਪਰ ਕਾਨੂੰਨ ਵੀ ਤਾਂ ਕੁਛ ਕਰੇ। ਜੇ ਬਾਈਬਲ ਬਾਰੇ ਆਣੀ ਹੈ ਕਿ 2 ਬੰਦਿਆਂ ਦੇ ਕਤਲ ਸ਼ਰੇਆਮ ਹੋਏ, ਕੀਰਤਨ ਕਰਦੇ ਬੰਦਿਆਂ ਤੇ ਗੋਲੀਆਂ ਚਲਾਈਆਂ ਗਈਆਂ, ਤਾਂ ਕੀ ਉਹਦੇ ਜਿਹੜੇ ਮੁੱਖ ਦੋਸ਼ੀ ਨੇ ਉਹਨਾਂ ਤੇ ਕੇਸ ਨਹੀਂ ਚੱਲਣਾ ਚਾਹੀਦਾ? 328 ਸਰੂਪ ਜਿਹੜੇ ਚੋਰੀ ਹੋਏ ਹੈ, ਕੀ ਉਹਦਾ ਇਨਸਾਫ ਨਹੀਂ ਹੋਣਾ ਚਾਹੀਦਾ?
ਪੂਰੇ ਮੋਰਚੇ 'ਚ ਅਗਰ ਇੱਕ ਵੀ ਗੱਲ ਗਲਤ ਮੰਗ ਡਿਮਾਂਡ ਕੀਤੀ ਹੋਵੇ ਸਾਨੂੰ ਦੱਸ ਦੇਣ ਲੌਜੀਕਲੀ, ਅਸੀਂ ਛੱਡ ਕੇ ਪਾਸੇ ਹੋ ਜਾਾਂਗੇ। ਪਰ ਜੇ ਸਾਡੀਆਂ ਮੰਗਾਂ ਸਹੀ ਹੈ ਤਾਂ ਫਿਰ ਇਹਨਾਂ ਵੱਲ ਸੁਹਿਰਦ ਨਜ਼ਰ ਕਿਉਂ ਨਹੀਂ ਗੀ, ਚਾਹੇ ਚੰਡੀਗੜ੍ਹ ਦੀ ਸਰਕਾਰ ਹੋਵੇ, ਚਾਹੇ ਸੈਂਟਰ ਵਾਲੀ ਹੋਵੇ, ਦਿੱਲੀ ਵਾਲੀ ਹੋਵੇ। ਮਾਨ ਸਾਹਿਬ, ਇੱਕ ਮੈਂ ਤੁਹਾਡੇ ਕੋਲ ਹੋਰ ਗੱਲ ਜਾਣਨੀ ਚਾਹੁੰਦਾ। ਮੈਨੂੰ ਲੱਗਦਾ ਕਿ ਮੈਂ ਵੀ ਕਈ ਵਾਰ ਤੁਲਨਾ ਕਰ ਬੈਠਾ ਹੈਗਾ ਕਿ ਆ ਸੌਦਾ ਸਾਧ, ਜਬਰ ਜਨਾਹ ਦਾ ਦੋਸ਼ੀ, ਕਤਲ, ਆਪਣੀਆਂ ਚੇਲੀਆਂ ਤੱਕ ਨੂੰ ਵੀ ਜਿਹਨੇ ਨਹੀਂ ਬਖਸ਼ਿਆ, ਤੇ ਹੋਰ ਕੇਸ ਹਲੇ ਪੈਂਡਿੰਗ ਪਏ ਆ, ਉਹਨਾਂ ਦਾ ਪਤਾ ਨਹੀਂ ਗਾਂ ਕੀ ਬਣੂਗਾ। ਕਈ ਵਾਰ ਤੇ ਮੈਨੂੰ ਨਾ ਸੰਗ ਜੀ ਆ ਜਾਂਦੀ, ਆਪ ਹੀ ਕੰਪੈਰੀਜ਼ਨ ਜਾਂ ਜਦੋਂ ਕਰਕੇ ਬਹਿ ਜਾਂਦੇ, ਇੱਕ ਬੰਨੇ ਉਹ ਸੂਰਬੀਰ ਬਹਾਦਰ ਯੋਧੇ, ਇੱਕ ਬੰਨੇ ਕਿਹਦੇ ਨਾਲ ਕੰਪੈਰੀਜ਼ਨ ਕਰ ਰਹੇ ਆ। ਫਿਰ ਮੈਂ ਕਈ ਵਾਰ ਸੋਚਦਾ ਹੈਗਾ ਕਿ ਜਿਹੜੀਆਂ ਇੱਥੋਂ ਦੀਆਂ ਹਕੂਮਤਾਂ, ਇੱਥੋਂ ਦੀਆਂ ਅਦਾਲਤਾਂ ਜਬਰ ਜਨਾਹ ਕਰਨ ਵਾਲੇ ਦੋਸ਼ੀਆਂ ਨੂੰ ਪੈਰੋਲ ਦਿੰਦੀਆਂ ਨੇ, ਉਹ 56 ਦਿਨਾਂ ਬਾਅਦ ਹੀ ਦੁਬਾਰਾ ਫਿਰ 40 ਦਿਨਾਂ ਦੀ ਮਿਲ ਜਾਂਦੀ ਹੈਗੀ ਆ, ਪਰ ਬੰਦੀ ਸਿੰਘਾਂ ਨੂੰ ਪੈਰੋਲ ਨਹੀਂ ਦਿੱਤੀ ਜਾਂਦੀ। ਤੁਹਾਨੂੰ ਕੀ ਲੱਗਦਾ ਹੈਗਾ ਕਿ ਉਹਨਾਂ ਨੂੰ ਪੈਰੋਲ ਦੇ ਦਿੱਤੀ ਜਾਂਦੀ ਹੈ ਪਰ ਇਹਨਾਂ ਨੂੰ ਪੈਰੋਲ ਕਿਉਂ ਨਹੀਂ? ਫਿਰ ਤੁਸੀਂ ਦੇਖੋ ਹੋਰ ਬਹੁਤ ਸਾਰੇ ਸਿੰਘ ਇੱਦਾਂ ਦੇ ਹੈਗੇ ਨੇ ਮਾਨ ਸਾਹਿਬ, ਜਿਹੜੇ ਇੱਦਾਂ ਦੇ ਕੇਸਾਂ ਵਿੱਚ ਰਹੇ ਹੈਗੇ ਆ, ਉਹਨਾਂ ਦੀਆਂ ਪੈਰੋਲਾਂ ਵੀ ਹੁੰਦੀਆਂ, ਉਹਨਾਂ ਦੀਆਂ ਜ਼ਮਾਨਤਾਂ ਵੀ ਹੁੰਦੀਆਂ, ਉਹਨਾਂ ਦੇ ਕੇਸ ਵੀ ਬਰੇ ਹੋ ਗਏ। ਪਰ ਇਹ ਜਿਹੜੇ ਕੁਝ ਸਿੰਘ ਹੈਗੇ ਆ, ਕੁਝ ਸਿੰਘ, ਇਹਨਾਂ ਨੂੰ ਰਾਹਤ ਕਿਉਂ ਨਹੀਂ? ਕੀ ਤੁਹਾਨੂੰ ਲੱਗਦਾ ਕਿ ਬਾਕੀਆਂ ਨਾਲੋਂ ਕੁਝ ਅਲੱਗਾ ਆ ਇਹਨਾਂ ਦੇ ਵਿੱਚ? ਬਹੁਤ ਸੋਹਣੀ ਗੱਲ ਕਹੀ ਸੀ ਜਥੇਦਾਰ ਹੋਰਾਂ ਨੇ। ਉਹਨਾਂ ਦੇ ਜਦੋਂ ਇਹਨਾਂ ਨੂੰ ਲੱਗਦਾ ਨਾ ਕਿ ਪੰਜਾਬ 'ਚ ਫਾਇਦਾ ਲੈਣਾ ਹੈ ਜੀ, ਤਾਂ ਉਹ ਸਹਿਮਤ ਹੋ ਜਾਂਦੇ ਨੇ। ਫਿਰ ਇਹਨਾਂ ਨੂੰ ਲੱਗਦਾ ਕਿਤੇ ਭਾਰਤ ਦੇ ਵਿੱਚ ਨੁਕਸਾਨ ਨਾ ਹੋ ਜੇ, ਹਿੰਦੁਸਤਾਨ 'ਚ ਨੁਕਸਾਨ ਨਾ ਹੋ ਜੇ, ਫਿਰ ਪਿੱਛੇ ਹਟ ਜਾਂਦੇ ਨੇ। ਪਰ ਇਹਨਾਂ ਨੂੰ ਕੌਣ ਸਮਝਾਵੇ ਕਿ ਹੱਕ ਔਰ ਇਨਸਾਫ ਦੀ ਗੱਲ ਕਰੂੰਗੇ ਤਾਂ ਸਾਰੇ ਲੋਕ ਹੀ ਖੁਸ਼ ਹੋਣਗੇ। ਤੁਸੀਂ ਸਹੀ ਗੱਲ ਕਹੀ, ਤੁਲਨਾ ਕਰਨੀ ਬਣਦੀ ਨਹੀਂ, ਸ਼ਰਮ ਵੀ ਆਉਂਦੀ ਹੈ ਜੇ ਕਹਾਂਗੇ ਬਿਲਕਿਸ ਬਾਨੋ ਵਾਲੇ ਕਾਤਲਾਂ ਨੂੰ ਤੇ ਰੇਪ ਕਰਨ ਵਾਲੇ ਬੰਦਿਆਂ ਨੂੰ ਕਿਉਂ ਛੱਡਿਆ ਗਿਆ। ਅਸੀਂ ਇਹ ਤੁਹਾਡੇ ਔਰ ਮੈਨੂੰ ਨਹੀਂ ਦੱਸ ਰਹੇ, ਸਾਨੂੰ ਤਾਂ ਪਤਾ ਹੈ, ਅਸੀਂ ਤਾਂ ਅੰਦੋਲਨ ਤਾਂ ਇਸ ਗੱਲ ਨੂੰ ਲੈ ਕੇ, ਅਸੀਂ ਉਸ ਬਾਕੀ 130 ਕਰੋੜ ਨੂੰ ਦੱਸ ਰਹੇ ਹਾਂ ਕਿ ਵੇਖੋ, ਤੁਸੀਂ ਹੱਕ ਔਰ ਇਨਸਾਫ ਦੀਆਂ ਗੱਲਾਂ ਕਰਦੇ ਹੋ, ਵੇਖੋ ਸਾਡੇ ਨਾਲ ਧੱਕਾ ਕੀ ਹੋ ਰਿਹਾ ਸਾਡੇ ਕੌਮ ਦੇ ਯੋਧਿਆਂ ਨਾਲ, ਇਸ ਕਰਕੇ ਕਰ ਰਹੇ ਹਾਂ ਇਹ ਚੀਜ਼ਾਂ। ਜੀ ਬਿਲਕਿਸ ਬਾਨੋ ਦਾ ਤੁਸੀਂ ਜ਼ਿਕਰ ਕੀਤਾ, 8 ਸਾਲ ਦੀ ਆਸਿਫ ਜੰਮੂ ਕਠੂਆ ਕਾਂਡੂ ਵੀ ਸਾਨੂੰ ਚੇਤੇ ਹੈਗਾ ਕਿ ਉਹ 8 ਸਾਲ ਦੀ ਬੱਚੀ ਜਿਹਨੂੰ ਆਪਣੇ ਸਰੀਰ ਦੇ ਅੰਗਾਂ ਦਾ ਵੀ ਨਹੀਂ ਪਤਾ ਵੀ ਕਿਹੜਾ ਅੰਗ ਕੀ ਆ ਤੇ ਕਿਉਂ ਹੈਗਾ, ਉਹ ਸਾਰਾ ਕੁਝ। ਮਾਨ ਸਾਹਿਬ, ਕੀ ਤੁਹਾਨੂੰ ਲੱਗਦਾ ਪਿਛਲੇ ਹੁਣ ਜਿੰਨੇ ਦਿਨਾਂ ਤੋਂ ਤੁਸੀਂ ਲਗਾਤਾਰ ਇੱਥੇ ਹਾਜ਼ਰੀ ਭਰਨ ਆ ਰਹੇ ਹੋ, ਤੁਹਾਨੂੰ ਲੱਗਦਾ ਕਿ ਇਹ ਮੋਰਚਾ ਉਸ ਬੁਲੰਦੀ ਤੇ ਜ਼ਰੂਰ ਜਾਊਗਾ ਵੀ ਜਿੱਥੇ ਪਹੁੰਚਿਆ ਹਕੂਮਤ ਇੱਧਰ ਨੂੰ ਨਿਗਾਹ ਕਰੂੰਗੀ ਔਰ ਇੱਥੇ ਆਊਂਗੀ ਤੁਹਾਡੇ ਕੋਲ ਬੈਠ ਕੇ ਵੀ ਹਾਂ ਵੀ ਦੱਸੋ ਕੀ ਚਾਹੁੰਦੇ ਹੋ? ਕਰੂਗਾ ਨਹੀਂ, ਕਰ ਗਿਆ ਹੈ ਆਲਰੇਡੀ। ਤੁਸੀਂ ਹੈਰਾਨ ਤਾਂ ਨਹੀਂ, ਖੈਰ ਤੁਸੀਂ ਖੁਦ ਸ਼ਾਮਲ ਰਹਿੰਦੇ ਹੋ ਹਰ ਥਾਂ ਤੇ। ਪਹਿਲਾਂ ਅਸੀਂ 2 ਤੰਬੂ ਹੀ ਲਾਏ ਸੀ ਤੇ ਇੱਕ ਟਰਾਲੀ ਲਾ ਕੇ ਸਟੇਜ ਵਾਂਗੂ ਬਣਾਈ ਸੀ। ਅੱਜ ਤੰਬੂ YPS ਚੌਂਕ ਤੱਕ ਚਲੇ ਗਏ ਨੇ, ਕ੍ਰਾਸ ਕਰ ਗਏ ਨੇ। ਇਹਨਾਂ ਨੇ ਸਿੰਘ ਸ਼ਹੀਦਾਂ ਤੱਕ ਵੀ ਪਹੁੰਚਣਾ। ਔਰ ਜਦੋਂ 26 ਨੂੰ ਆ 2 ਦਿਨਾਂ ਬਾਅਦ ਹੀ ਆ, ਜਦੋਂ ਮਾਰਚ ਹੋਊਗਾ, ਤੁਸੀਂ ਵੇਖਿਓ ਜੇ ਸਾਰੀ ਮੋਹਾਲੀ ਸ਼ਾਮਲ ਹੋਊਗੀ। ਮੋਹਾਲੀ ਮੀਨ ਬਾਹਰੋਂ ਬਹੁਤ ਸੰਗਤਾਂ ਆਉਣਗੀਆਂ, ਐਂ ਲੱਗੂਗਾ ਜਿਵੇਂ ਸਾਰੀ ਮੋਹਾਲੀ ਸ਼ਾਮਲ ਹੈ। ਕਾਰਨ ਕੀ ਹੈ ਕਿ ਜਿਹੜੇ 4 ਦੀਆਂ 4 ਮੰਗਾਂ ਨੇ, ਉਹਦੇ 'ਚ ਕੋਈ ਇੱਕ ਵੀ ਐਂ ਦੱਸ ਦੇ ਕਿ ਅਸੀਂ ਆਪਦੇ ਲਈ ਮੰਗੀ ਹੈ ਜਾਂ ਉਹ ਕਾਨੂੰਨ ਸੰਗਤ ਨਹੀਂ ਗੀ। ਸਾਰੀਆਂ ਕਾਨੂੰਨ ਸੰਗਤ ਮੰਗਾਂ ਨੇ। ਤਾਂ ਫਿਰ ਹਰ ਬੰਦੇ ਨੂੰ ਲੱਗਦਾ ਯਾਰ ਪਤਾ ਕੀ ਹੈ, ਸਾਡੀ ਜਿਹੜੀ ਕੌਮ ਹੈ ਨਾ, ਇਹ ਛੇਤੀ ਤੁਰਦੀ ਨਹੀਂ, ਤੁਰ ਪਏ ਤਾਂ ਫਿਰ ਇਹ ਮੁੜਦੀ ਨਹੀਂ। ਤੁਰ ਪਈ ਹੈ ਇਸ ਪਾਸੇ। ਅੱਜ ਮੈਨੂੰ ਕਦੇ ਕਦੇ ਲੋਕਾਂ ਦੇ ਯਾਰ ਤੁਹਾਡੇ ਪੰਜਾਬ 'ਚ ਧਰਨੇ ਲੱਗੀ ਜਾਂਦੇ ਨੇ, ਜੀਰਾ ਫੈਕਟਰੀ ਤੇ ਵੀ ਧਰਨਾ, ਤੇ 50 ਪਿੰਡਾਂ ਦਾ ਮਸਲਾ ਸੀ, ਸਾਰਾ ਪੰਜਾਬ ਢੁੱਕ ਗਿਆ ਉੱਥੇ, ਮਨਾਲੀ ਨਾ ਗੱਲ। ਇਹ ਤਾਂ ਕੌਮ ਦਾ ਹੀ ਮਸਲਾ ਹੈ, ਇਹ ਤਾਂ ਕੌਮ ਨਾਲ ਸੰਬੰਧਿਤ ਮਸਲਾ ਹੈ, ਇਹ ਤਾਂ ਸਦੀਵੀ ਗੁਰੂ ਦਾ ਮਸਲਾ ਹੈ, ਇਹ ਤਾਂ ਸਾਡੇ ਅਕਾਲ ਤਖਤ ਦੇ ਜਥੇਦਾਰ ਦਾ ਮਸਲਾ ਹੈ। ਤਾਂ ਇਹਦੇ 'ਚ ਕਿਉਂ ਨਹੀਂ ਇਨਵੋਲਵ ਹੋਣਗੇ ਸਾਰੇ? ਔਰ ਹੋ ਵੀ ਗਏ। ਅੱਜ ਇੱਥੇ ਕੋਈ ਕਿਤੋਂ ਸੰਗਤ ਆਈ ਆ, ਹੁਣੇ ਬਾਪੂ ਜੀ ਨੇ ਆ ਕੇ ਦੱਸਿਆ ਕਿ ਲੁਧਿਆਣੇ ਤੋਂ ਸੰਗਤ ਆਈ, ਕੰਬਲ ਲੈ ਕੇ ਆ ਗਏ, ਮੱਧ ਪ੍ਰਦੇਸ਼ ਤੋਂ ਆ ਗਏ ਲੋਕ। ਸੋ ਸੰਗਤ ਹਮਾ ਕੇ ਆ ਰਹੀ ਹੈ। ਔਰ ਜਿਵੇਂ ਹੁਣੇ ਕਿਸਾਨ ਯੂਨੀਅਨ ਵਾਲੇ ਨੇਤਾ ਆਏ ਸੀ, ਉਹਨਾਂ ਨੇ ਇੱਕ ਗੱਲ ਕਹੀ ਜਾਂਦਿਆਂ ਅਤੇ ਸਾਨੂੰ ਇਹ ਲੱਗ ਰਿਹਾ ਕਿ ਜੇ ਇਹ ਮੋਰਚਾ ਸਫਲ ਹੋ ਗਿਆ ਨਾ, ਤਾਂ ਸ਼ਾਇਦ ਆਪਾਂ ਨੂੰ ਧਰਨੇ ਔਰ ਮੋਰਚੇ ਲਾਉਣੇ ਹੀ ਨਾ ਪੈਣ। ਉਹਦੇ ਤੋਂ ਹੀ ਇੱਕ ਅਜਿਹਾ ਰਸਤਾ ਨਿਕਲੂਗਾ ਕਿ ਜਿਹੜਾ ਅਸੀਂ ਉਸ ਤੋਂ ਬਾਅਦ ਸਾਡੀਆਂ ਸਾਰੀਆਂ ਹੀ ਮੰਗਾਂ ਪੂਰੀਆਂ ਹੋ ਜਾਣ। ਇਹ ਇੱਕ ਬਹੁਤ ਅੱਛੀ ਗੱਲ ਹੈ, ਕਿਉਂਕਿ ਸਾਨੂੰ ਨਾ ਇੱਕ ਗੱਲ ਯਾਦ ਰੱਖਿਓ ਜੇ, ਨਿਰੰਤਰ ਬਦਲਾਅ ਵੱਲ ਵਧਣਾ ਪਊਗਾ। ਨਿਰੰਤਰ ਬਦਲਾਅ ਮੈਂ ਕਿਹਨੂੰ ਕਹਿ ਰਿਹਾ ਕਿ ਜਿਹੜੀ ਸਾਡੀ ਮਨ ਭਾਉਂਦੀ ਸਰਕਾਰ ਹੋਵੇ, ਉਹ ਇੱਕ ਨਹੀਂ ਤਾਂ ਦੂਜੀ, ਦੂਜੀ ਨਹੀਂ ਤਾਂ ਤੀਜੀ, ਤੀਜੀ ਨਹੀਂ ਤਾਂ ਚੌਥੀ। ਸਾਨੂੰ ਕੰਟੀਨਿਊਸਲੀ ਉੱਧਰ ਵਧਣਾ ਪਊਗਾ। ਜਦੋਂ ਅਸੀਂ ਉੱਥੇ ਪਹੁੰਚ ਗਏ ਫਿਰ ਸਾਨੂੰ ਧਰਨੇ ਨਹੀਂ ਲਾਉਣੇ ਪੈਣਗੇ, ਪਰ ਸਾਨੂੰ ਉੱਥੇ ਪਹੁੰਚਣ 'ਚ ਖੁਦ ਹਿੰਮਤ ਕਰਨੀ ਪੈਣੀ ਹੈ। ਲੀਡਰ ਕਦੇ ਬਾਈ ਜੀ ਦੇਸ਼ਾਂ ਨੂੰ ਨਹੀਂ ਬਦਲਦੇ, ਕੌਮਾਂ ਨੂੰ ਨਹੀਂ ਬਦਲਦੇ, ਉਹ ਲੋਕ ਬਦਲਦੇ ਨੇ। ਪਰ ਗੱਲ ਇਹ ਵੀ ਆਪਾਂ ਸਰਕਾਰ ਕਿਹਦੀ ਬਣਾਵਾਂਗੇ ਇੱਥੇ ਪੰਜਾਬ ਦੇ ਵਿੱਚ? ਬਦਲ ਕੇ ਮੰਨ ਲਓ ਕਦੀ ਅਕਾਲੀ ਆ ਗਏ, ਫਿਰ ਉਹ ਤੁਸੀਂ ਭੇਜ ਦਿੱਤੇ, ਲਾਂਭੇ ਕਰ ਦਿੱਤੇ, 3 ਸੀਟਾਂ ਦੇ ਸਿਮਟ ਕਰਾ ਗਏ, ਫਿਰ ਕਦੀ ਕਾਂਗਰਸ ਆ ਜਾਂਦੀ ਹੈ, ਕਦੀ ਕੋਈ ਆਮ ਆਦਮੀ ਪਾਰਟੀ ਆ ਜਾਂਦੀ ਆ।
ਬੀਜੇਪੀ ਵਾਲੇ ਹੋ ਸਕਦਾ ਸਮਝਦੇ ਹੋਣ ਜਾਂ ਅਸੀਂ ਵੀ ਸਮਝਦੇ ਹਾਂ ਕਿ ਉਹਨਾਂ ਦੇ ਪੈਰ ਨਹੀਂ ਪੰਜਾਬੀ ਲੱਗਣ ਦੇਣਗੇ ਇੱਥੇ, ਪਰ ਜੀ ਪਰ ਨਹੀਂ ਆਪਾਂ ਅੱਗੇ ਦੀ ਗੱਲ ਕਰ ਲੈਂਦੇ ਹਾਂ। ਹੁਣ ਉਹਨਾਂ ਨੇ ਤੇ ਅਗਲੇ ਕਹਿੰਦੇ ਤੁਸੀਂ ਨਾ ਸਾਨੂੰ ਵੋਟ ਪਾਓ, ਅਗਲੇ ਕਹਿੰਦੇ ਅਸੀਂ ਵੋਟਰ ਆਪਣੇ ਲਿਆ ਕੇ ਤੁਹਾਡੇ ਪੰਜਾਬ 'ਚ ਬਹਾ ਦਿੰਦੇ ਆ। ਉਹਨਾਂ ਨੇ ਗੈਰ ਪੰਜਾਬੀ ਲਿਆ ਕੇ ਵਸਾਤੇ ਪੰਜਾਬ ਦੇ ਵਿੱਚ। ਅਸੀਂ ਕਹਿੰਦੇ ਹੁੰਦੇ ਸੀ ਕੱਲ੍ਹ ਤੱਕ ਕਿ ਪੰਜਾਬ ਬਹੁ ਗਿਣਤੀ ਸਿੱਖ ਵਸੋਂ ਵਾਲਾ ਸੂਬਾ। ਮੈਂ ਕਹਿੰਦਾ ਸਿੱਖ ਲਫ਼ਜ਼ ਵੀ ਹੁਣ ਤੇ ਹਟਾ ਦਿਓ, ਪੰਜਾਬੀਆਂ ਦੀ ਗਿਣਤੀ ਵੀ ਪੰਜਾਬ ਦੇ ਵਿੱਚ ਮੈਨੂੰ ਲੱਗਦਾ ਘਟ ਜਾਊਗੀ ਅਗਲੀ ਵਾਰੀ ਜਦੋਂ ਮਰਦਮਸ਼ੁਮਾਰੀ ਹੋਊਗੀ ਵੋਟਾਂ ਦੇ ਨਾਲ। ਹਾਂਜੀ, ਅੱਜ ਇੱਕ ਬਿੱਲ ਦੀ ਗੱਲ ਹੋ ਗਈ ਹੈ, ਪ੍ਰਾਈਵੇਟ ਬਿੱਲ ਆਲਰੇਡੀ ਕਹਿ ਦਿੱਤਾ ਗਿਆ ਹੈ ਕਿ ਪ੍ਰਾਈਵੇਟ ਬਿੱਲ ਦੇ ਤੌਰ ਤੇ ਇਹਨੂੰ ਅਸੈਂਬਲੀ 'ਚ ਲੈ ਕੇ ਆਇਆ ਜਾਵੇ ਕਿ ਇੱਥੋਂ ਦੀ ਜ਼ਮੀਨ ਜੀ ਕੋਈ ਵੀ ਜਿਹੜਾ ਇੱਥੋਂ ਦੇ ਪੱਕੇ ਬਸ਼ਿੰਦੇ ਨੇ ਉਹਨਾਂ ਤੋਂ ਇਲਾਵਾ ਕੋਈ ਨਾ ਖਰੀਦ ਸਕੇ, ਉਹਨਾਂ ਦੀ ਵੋਟ ਨਾ ਬਣ ਸਕੇ। ਇਹ ਪ੍ਰਾਈਵੇਟ ਬਿੱਲ ਪੇਸ਼ ਕੀਤਾ ਜਾਊਗਾ ਅਗਲੀ ਵਾਰੀ ਉਹਦੇ ਵਿੱਚ ਅਸੈਂਬਲੀ 'ਚ। ਜੇ ਇਹਨੂੰ ਪੂਰਾ ਨਹੀਂ ਕਰਨਗੇ, ਜਿਹੜਾ ਵੀ ਇਹਦੇ ਤੇ ਪਹਿਰਾ ਨਹੀਂ ਦੇਊਗਾ, ਫਿਰ ਪੰਜਾਬੀ ਉਹਨੂੰ ਪੁੱਛਣਗੇ ਕਿ ਭਾਈ ਦੋਸਤਾ ਦੱਸ ਕੀ ਵਜ੍ਹਾ ਹੈ। ਜੇ ਸਾਡੇ ਨਾਲ ਦੇ ਸੂਬੇ ਹਿਮਾਚਲ 'ਚ ਉਹ ਬਿੱਲ 1972 'ਚ ਬਣ ਸਕਦਾ ਹੈ, ਇੱਧਰਲੇ ਪਾਸੇ ਵੇਖੀਏ ਤਾਂ ਕਸ਼ਮੀਰ 'ਚ ਬਣ ਸਕਦਾ ਹੈ, ਤਾਂ ਸਾਡੇ ਸੂਬੇ 'ਚ ਕਿਉਂ ਨਹੀਂ ਬਣ ਸਕਦਾ ਜਿਹਦੀ ਡੈਮੋਗ੍ਰਾਫੀ ਟੋਟਲੀ ਚੇਂਜ ਕੀਤੀ ਜਾ ਰਹੀ ਹੈ। ਜਿਹੜੀ ਗੱਲ ਤੁਸੀਂ ਕਹੀ ਉਹਦੀ ਵਰੀ ਸਾਰਿਆਂ ਨੂੰ ਹੈ। ਅਸੀਂ ਸਾਰੇ ਵੀ ਉਹਦੇ ਤੇ ਚਰਚਾ ਕਰਦੇ ਹਾਂ ਕਿ ਜਿਵੇਂ ਪੰਜਾਬ ਦੇ ਨੌਜਵਾਨ ਬਾਹਰ ਜਾ ਰਹੇ ਨੇ, ਜਿਵੇਂ ਇੱਥੋਂ ਦੀ ਡੈਮੋਗ੍ਰਾਫੀ ਚੇਂਜ ਹੋ ਰਹੀ ਹੈ, ਅਸੀਂ ਤਾਂ ਆਪਦੇ ਘਰੇ ਹੀ ਐਂ ਹੋ ਜਾਾਂਗੇ, ਬੇਘਰੇ ਬਣ ਕੇ ਬਹਿ ਜਾਾਂਗੇ, ਬਗਾਨੇ ਹੋ ਜਾਾਂਗੇ। ਇਹ ਇਸ ਲਈ ਇਹ ਬਿੱਲ ਦੀ ਗੱਲ ਆ ਗਈ ਨਾ। ਇਹ ਬਿੱਲ ਜੇ ਪਾਸ ਨਹੀਂ ਕਰਨਗੇ ਤਾਂ ਫਿਰ ਅਸੀਂ ਕਹਾਂਗੇ ਚਲੋ ਭਾਈ, ਫਿਰ ਅਸੀਂ ਉਹਨਾਂ ਨੂੰ ਲੈ ਕੇ ਆਵਾਂਗੇ ਜਿਹੜੇ ਇਹ ਬਿੱਲ ਪਾਸ ਕਰਨਗੇ। ਹੁਣ ਤੁਸੀਂ ਕਹੋਗੇ ਉਹ ਬੰਦੇ ਕਿੱਥੋਂ ਆਉਣਗੇ? ਆ 92 ਕਿੱਥੋਂ ਆਏ ਸੀ ਜਿਹੜੇ ਇਹਨਾਂ ਦੇ ਜਿੱਤ ਗਏ? ਤਿੰਨਾਂ ਚਾਰਾਂ ਤੋਂ ਬਿਨਾਂ ਮੈਨੂੰ ਲੱਗਦਾ ਆਪਾਂ ਨਾ ਹੀ ਨਹੀਂ ਜਾਣਦੇ ਇਹਨਾਂ ਦੇ। ਜਿਤਾਤੇ ਨਾ, ਜਿੱਤਣ ਵਾਲੇ ਅਹਿਮ ਨਹੀਂ ਹੁੰਦੇ, ਜਿਤਾਉਣ ਵਾਲੇ ਅਹਿਮ ਹੁੰਦੇ ਨੇ। ਅੱਜ ਅਸੀਂ ਜਿਤਾਉਣ ਵਾਲਾ ਬੰਦਾ ਜਿਹੜਾ ਅਸਲ ਮਾਲਕ ਹੈ ਉਹ ਜਾਗ ਗਿਆ। ਸਭ ਤੋਂ ਖੁਸ਼ੀ ਦੀ ਗੱਲ ਇਹ ਹੈ ਜਿਹੜਾ ਮਾਲਕ ਹੈ ਨਾ ਉਹ ਜਾਗ ਗਿਆ। ਉਹ ਆਂਦੇ ਹੁਣ ਤੂੰ ਐਂ ਕੰਮ ਕਰ ਭਾਈ, ਜੇ ਨਹੀਂ ਕਰੇਗਾ ਤਾਂ ਤੇਰੀ ਡਿਊਟੀ ਲਾਈ ਸੀ, ਤੈਨੂੰ ਨੌਕਰੀ ਦਿੱਤੀ ਸੀ, ਚੱਲ ਤੁਮ ਨਹੀਂ ਕੋਈ ਔਰ ਸਹੀ ਔਰ ਨਹੀਂ ਤੂੰ ਔਰ ਸਹੀ। ਜੀ ਜੀ ਵਾਕਈ। ਅੱਛਾ ਇੱਕ ਗੱਲ ਹੋਰ ਮਾਨ ਸਾਹਿਬ, ਅਖੀਰਲੀ ਗੱਲ ਹੈਗੀ ਆ, ਸਾਡੇ ਨਾਲ ਕਈ ਵਾਰ ਸੱਜਣੇ ਗੱਲ ਕਹਿੰਦੇ ਆ ਕਿ ਸਾਨੂੰ ਇੱਕ ਪਲੇਟਫਾਰਮ ਤੇ ਖੜੇ ਹੋ ਕੇ ਸੰਘਰਸ਼ ਕਰਨ ਦੀ ਲੋੜ ਹੈ। ਅਸੀਂ ਆਪਸ ਵਿੱਚ ਇੱਕ ਦੂਜੇ ਦੀਆਂ ਲੱਤਾਂ ਖਿੱਚਦੇ ਆਂ ਵੀ ਜਦੋਂ ਕੋਈ ਤੁਹਾਡੇ ਧਰਨੇ ਵਿੱਚ ਸ਼ਾਮਲ ਹੋਣ ਵਾਸਤੇ ਆਉਂਦਾ ਤੇ ਤੁਸੀਂ ਉਹਦੀ ਗੱਡੀ ਦੇ ਸ਼ੀਸ਼ੇ ਭੰਨ ਦਿੰਦੇ ਹੋ। ਧਾਮੀ ਸਾਹਿਬ ਆਏ ਸੀਗੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ। ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਮੈਂ ਵੇਖਿਆ ਕਿ ਸੋਸ਼ਲ ਮੀਡੀਆ ਦੇ ਉੱਪਰ ਸਾਡੇ ਉਹ ਲੋਕ ਜਿਹੜੇ ਉਹਨਾਂ ਦੇ ਕੋਲੋਂ, ਉਹਨਾਂ ਦੀ ਟਾਸਕ ਫੋਰਸ ਦੇ ਕੋਲੋਂ ਕੁੱਟਾਂ ਖਾਂਦੇ ਰਹੇ ਆ, ਆਪਣੇ ਪਿੰਡਾਂ ਦੇ ਉੱਪਰ ਲਾਸ਼ਾਂ ਪਵਾਉਂਦੇ ਰਹੇ ਆ। ਮੈਂ ਕਈਆਂ ਦੇਖਿਆ ਉਹਨਾਂ ਨੇ ਵੀ ਨਿਖੇਧੀ ਕੀਤੀ, ਕਹਿੰਦੇ ਅਸੀਂ ਇਹਦੀ ਨਿਖੇਧੀ ਕਰਦੇ ਹਾਂ। ਮੈਂ ਤੁਹਾਡੇ ਕੋਲੋਂ ਜਾਣਨਾ ਚਾਹੁੰਦਾ ਕਿ ਧਾਮੀ ਸਾਹਿਬ ਦੀ ਟੁੱਟੀ ਹੋਈ ਗੱਡੀ ਦੇ ਸ਼ੀਸ਼ੇ ਦੇ ਥੱਲੇ ਕੀ ਕੁਝ ਲੁਕੋਇਆ ਜਾ ਸਕਦਾ? ਨਹੀਂ, ਕੋਈ ਗੱਲ ਨਹੀਂ, ਕੋਈ ਲੁਕਾਉਣ ਵਾਲੀ ਗੱਲ ਵੀ ਨਹੀਂ ਕੀਤੀ। ਉਸੇ ਦਿਨ ਹੀ ਬਾਪੂ ਜੀ ਨੇ ਵੀ ਬੋਲਤਾ ਸੀ, ਸਾਰੀ ਸਾਡੀ ਕਮੇਟੀ ਵੱਲੋਂ ਬੰਦੇ ਵੀ ਗਏ ਸੀਗੇ, ਉਹਨਾਂ ਨੇ ਵੀ ਕਹਿਤਾ ਸੀ ਕਿ ਸ਼ੀਸ਼ੇ ਤੋੜਨਾ ਗਲਤ ਹੈ, ਸ਼ੀਸ਼ੇ ਨਹੀਂ ਤੋੜਨੇ ਚਾਹੀਦੇ। ਬਟ ਹਾਂ, ਅਸੀਂ ਇੱਕ ਗੱਲ ਜ਼ਰੂਰ ਆਣੇ ਆ ਪਰਸਨਲ ਲੈਵਲ ਤੇ ਕਿ ਜਦੋਂ ਕੋਈ ਸੰਗਤ ਦੇ ਸਵਾਲ ਹੁੰਦੇ ਆ ਨਾ, ਉਹਨਾਂ ਦਾ ਜਵਾਬ ਜ਼ਰੂਰ ਦਿਓ, ਕਿਉਂਕਿ ਇਹ ਸੰਗਤ ਕਰਕੇ ਹੀ ਆਪਾਂ ਸਾਰੇ ਹੈ, ਕੋਈ ਲੀਡਰ ਵੀ ਇਹਦੇ ਕਰਕੇ ਹੀ ਹੈ। ਪਰ ਉਹ ਸਵਾਲ ਧਾਮੀ ਸਾਹਿਬ ਉਸ ਘਟਨਾ ਦੀ ਨਿਖੇਧੀ ਕਰਨੀ ਬਣਦੀ ਹੈ। ਮੈਂ ਦਰਅਸਲ ਇਹ ਜਾਣਨਾ ਚਾਹੁੰਦਾ, ਜਦੋਂ ਉਹ ਤੁਹਾਨੂੰ ਕੁੱਟਦੇ ਆ 328 ਸਰੂਪਾਂ ਦਾ, ਤੁਸੀਂ ਉਹਨਾਂ ਕੋਲ ਹਿਸਾਬ ਮੰਗਦੇ ਹੋ, ਲੰਮੇ ਪਾਪਾ ਕੁੱਟਦੇ ਆ, ਉਹਨਾਂ ਦਾ ਤੇ ਆਪਣੇ 'ਚ ਫਰਕ ਕੀ ਹੈ? ਜੇ ਆਪਾਂ ਵੀ ਉਹਨਾਂ ਵਾਂਗੂ ਕਰਨ ਲੱਗੇ ਫਿਰ ਆਪਾਂ ਵੀ ਉਹ ਜਿਹੇ ਹੋ ਜਾਾਂਗੇ। ਆਪਾਂ ਉਹੋ ਜਿਹੇ ਨਹੀਂ ਗੇ। ਆਪਾਂ ਕੌਮ ਨੂੰ ਰਿਪਰੈਜ਼ੈਂਟ ਕਰਨਾ ਹੈ, ਅਸੀਂ ਉਹਨਾਂ ਨੂੰ ਸਿਖਾਉਣਾ ਹੈ, ਸਮਝਾਉਣਾ ਵੀ ਹੈ ਤੇ ਰਲਾਉਣਾ ਵੀ ਹੈ ਆਪਦੇ ਨਾਲ। ਹਾਂ, ਰਲਾਉਣ ਦੇ ਵਿੱਚ ਠੱਲਾਂਗੇ ਪਿੱਛੇ, ਕਿਉਂਕਿ ਅੱਗੇ ਠੱਲਾਂਗੇ ਤਾਂ ਜਿਹੜੇ ਧਰਮੀ ਲੋਕ ਨੇ ਉਹਨਾਂ ਤੇ ਅਸਰ ਪਊਗਾ। ਉਹ ਕਹਿਣਗੇ ਯਾਰ ਇਹ ਅੱਗੇ ਕਿਉਂ? ਅਸੀਂ ਆਪਦੀ ਕੌਮ ਨੂੰ, ਅਸੀਂ ਪਹਿਲਾਂ ਹੀ ਘੱਟ ਹਾਂ ਯਾਰ, ਸਾਡੇ ਸਿਰਾਂ ਦੀ ਵੀ ਗਿਣਤੀ ਘੱਟ ਆ, ਅਸੀਂ ਵਧਾਉਣੀ ਆ ਉਹ ਗਿਣਤੀ। ਪਰ ਫਿਰ ਆਪਣੇ ਵਿੱਚੋਂ ਹੀ ਫਿਰ ਸੱਜਣ ਇੱਦਾਂ ਵੀ ਇਤਰਾਜ਼ ਵੀ ਕਰਦੇ ਨੇ, ਕਹਿੰਦੇ ਵੀ ਇਹ ਉਹ ਲੋਕ ਆ ਜਿਨ੍ਹਾਂ ਨੇ ਕੱਲ੍ਹ ਤੱਕ ਤੁਹਾਡੀ ਕੌਮ ਦਾ ਘਾਣ ਕੀਤਾ, ਜਿਸ ਪਾਰਟੀ ਨੇ ਤੁਹਾਡਾ ਘਾਣ ਕੀਤਾ, ਵੀ ਉਸ ਪਾਰਟੀ ਦੇ ਬੰਦੇ ਨੂੰ ਤੁਸੀਂ ਆਪਣੀ ਸਟੇਜ ਦੇ ਬਹਾਨੇ ਕਿਉਂ ਆ? ਉਹ ਵੀ ਤੁਹਾਡੇ ਬੰਦੇ ਟੁੱਟਦੇ ਆ। ਗਿਲਾ ਸਿਰ ਮੱਥੇ ਆ, ਬਟ ਉਹਨਾਂ ਨੂੰ ਆਹੀ ਗੱਲ ਸਮਝਾ ਰਹੇ ਆ ਕਿ ਨੋ ਡਾਊਟ ਇਹਨਾਂ ਨੇ ਕੀਤਾ। ਇਹੀ ਤਾਂ ਫਰਕ ਹੈ ਆਪਣੇ 'ਚ ਤੇ ਉਹਨਾਂ 'ਚ। ਜੇ ਆਪਾਂ ਵੀ ਉਵੇਂ ਕਰਨ ਲੱਗ ਗਏ ਤਾਂ ਫਿਰ ਫਰਕ ਕੀ ਰਹਿ ਜੂਗਾ? ਜਿਵੇਂ ਨਾ ਸਾਡੀ ਫਿਲਮ 'ਚ ਇੱਕ ਵਾਰੀ ਤੁਹਾਨੂੰ ਮੈਂ ਉਦਾਹਰਨ ਹਾਸੇ ਵਾਲੀ ਵੀ ਦੱਸਦਾ ਨਾਲ, ਜਾਵੇਦ ਅਖਤਰ ਨੂੰ ਕਿਸੇ ਨੇ ਪੁੱਛਿਆ, ਆਂਦੇ ਜੀ ਪਹਿਲਾਂ ਤਾਂ ਮੁਸਲਮਾਨ ਹੀ ਰਿਐਕਟ ਕਰਦੇ ਸੀ, ਕੁਝ ਫਿਲਮ 'ਚ ਉਹਨਾਂ ਬਾਰੇ ਵਿਖਾਇਆ ਜਾਂਦਾ ਸੀ, ਹੁਣ ਹਿੰਦੂ ਰਿਐਕਟ ਕਰ ਰਹੇ ਤਾਂ ਤੁਸੀਂ ਕਿਉਂ ਬੁਰਾ ਮੰਨ ਰਹੇ ਹੋ? ਉਹ ਆਂਦੇ ਯਾਰ ਸਾਡੀ ਬੁਰਾਈ ਹੁੰਦੀ ਸੀ ਇਸ ਮਾਮਲੇ 'ਚ, ਤੇ ਤੁਸੀਂ ਹੁਣ ਉਹ ਬੁਰੇ ਦਾ ਲੈਵਲ ਤੈਅ ਕਰ ਗਏ ਹੋ ਕਿ ਤੁਸੀਂ ਵੀ ਉਹ ਜਿਹੇ ਬਣ ਗਏ ਹੋ। ਆਪਾਂ ਉਹੋ ਜਿਹੇ ਨਹੀਂ ਬਣਨਾ ਜਿਹੋ ਜਿਹੇ ਉਹ ਨੇ। ਅਸੀਂ ਇੱਕ ਆਦਰਸ਼ ਵਿਖਾਉਣਾ ਉਹਨਾਂ ਨੂੰ ਕਿ ਸਾਡੇ ਤੁਹਾਡੇ ਨਾਲ ਖਿਆਲ ਨਹੀਂ ਮਿਲਦੇ, ਸਾਡੇ ਬੰਦੀ ਸਿੰਘਾਂ ਲਈ ਵੀ ਤੁਸੀਂ ਹੁਣ ਤੱਕ ਨਹੀਂ ਕੀਤਾ ਪ੍ਰੈਕਟੀਕਲੀ ਕੁਛ, ਪ੍ਰੈਕਟੀਕਲੀ ਜਦੋਂ ਤੁਹਾਡੇ ਕੋਲੇ ਮੌਕਾ ਸੀ। ਪਰ ਅਸੀਂ ਤੁਹਾਨੂੰ ਜੀ ਆਇਆਂ ਨੂੰ ਕਵਾਂਗੇ, ਹੱਥ ਜੋੜ ਕੇ ਕਵਾਂਗੇ, ਆਓ ਬੈਠੋ, ਸੁਣੋ ਔਰ ਆਪਣੇ ਆਪ ਨੂੰ ਬਿਹਤਰ ਕਰੋ।
ਅਸੀਂ ਵੀ ਬਿਹਤਰ ਕਰ ਰਹੇ ਹਾਂ, ਤੁਸੀਂ ਵੀ ਬਿਹਤਰ ਕਰੋ, ਕਿਉਂਕਿ ਜਦੋਂ ਆਪਾਂ ਐਂ ਕਰਾਂਗੇ ਨਾ ਫਿਰ ਹੀ ਅਸੀਂ ਸਾਰੀ ਕੌਮ ਨੂੰ ਇਕੱਠਾ ਕਰ ਪਾਵਾਂਗੇ। ਨੋ ਡਾਊਟ ਗਲਤੀਆਂ ਨੇ, ਉਹਨਾਂ ਦੀਆਂ ਗਲਤੀਆਂ ਕਰਕੇ ਹੀ ਬਹੁਤ ਸਾਰੀਆਂ ਗੱਲਾਂ ਨਿਕਲੀਆਂ ਨੇ। ਜਦੋਂ ਉਹਨਾਂ ਨੂੰ ਮੌਕੇ ਸੀ ਸ਼ਾਇਦ ਇਹ ਮੋਰਚੇ ਨਾ ਲਾਉਣੇ ਪੈਂਦੇ, ਇਹ ਮੋਰਚੇ ਲੱਗੇ ਨੇ। ਪਤਾ ਕੀ, ਸਭ ਤੋਂ ਜ਼ਿਆਦਾ ਕਿਸੇ ਨੂੰ ਹਰਾਉਣਾ ਅਹਿਮ ਨਹੀਂ ਹੁੰਦਾ, ਕਿਸੇ ਨੂੰ ਜਿੱਤਣਾ ਅਹਿਮ ਹੁੰਦਾ ਹੈ। ਆਪਾਂ ਉਹਨਾਂ ਨੂੰ ਹਰਾ ਨਹੀਂ ਰਹੇ, ਆਪਾਂ ਉਹਨਾਂ ਨੂੰ ਜਿੱਤ ਰਹੇ ਹਾਂ ਦਿਲਾਂ ਤੋਂ, ਕਿ ਉਹ ਦਿਲੋਂ ਬਦਲ ਜਾਣ। ਤੁਹਾਨੂੰ ਲੱਗਦਾ ਬਦਲ ਜਾਣਗੇ ਉਹ? ਤੁਸੀਂ ਦੇਖੋ 5 ਵਾਰੀ ਮੁੱਖ ਮੰਤਰੀ ਬਣ ਚੁੱਕੇ ਹੋ, ਜਿਨ੍ਹਾਂ ਦੀ ਪਾਰਟੀ ਨੂੰ ਸਪੋਰਟ ਕਰਦੇ ਆ, ਸੁਖਬੀਰ ਬਾਦਲ ਦੇ ਨਾਲ ਬਹਿੰਦੇ ਆ, ਔਰ ਆਹ ਘਟਨਾ ਵਾਪਰੀ ਆ, ਉਸ ਤੋਂ ਬਾਅਦ ਵੀ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ, ਉਹਨਾਂ ਨੇ ਰਤਾ ਜਮਾ ਹੀ ਫੀਲ ਨਹੀਂ ਕੀਤਾ, ਜਮਾ ਹੀ ਨਹੀਂ ਫੀਲ ਕੀਤਾ ਉਹਨਾਂ ਨੇ। ਤੁਹਾਨੂੰ ਝਲਕ ਪਈ ਉਹਨਾਂ ਨੇ ਮਾੜਾ ਮੋਟਾ ਫੀਲ ਕੀਤਾ ਹੋਵੇ, ਮੈਨੂੰ ਤਾਂ ਨਹੀਂ ਲੱਗਾ ਇਦਾਂ। ਮੇਰੇ ਗੁਆਂਢ 'ਚ ਰਹਿੰਦੇ ਆ, ਹੁਸ਼ਿਆਰਪੁਰ ਰਹਿੰਦਾ ਮੈਂ, ਮੇਰੇ ਨਾਲ ਦੀ ਗਲੀ 'ਚ ਇੱਕ ਗਲੀ ਪਰੇ ਛੱਡ ਕੇ ਰਹਿੰਦੇ ਆ, ਜਦੋਂ ਮਿਲਦੇ ਆ ਘੁੱਟ ਕੇ ਜੱਫੀ ਪਾ ਕੇ ਮਿਲਦੇ ਆ। ਪਰ ਫਿਰ ਵੀ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ, ਤੁਹਾਨੂੰ ਲੱਗਾ ਫੀਲ ਕੀਤਾ ਉਹਨਾਂ ਨੇ? ਦੇਖੋ, ਉਹ ਫੀਲ ਕਰਨ ਆਪਾਂ ਤਾਂ ਫੀਲ ਕੀਤਾ ਨਾ ਕਿ ਯਾਰ ਘਰੇ ਆਏ ਬੰਦੇ ਦੇ ਸ਼ੀਸ਼ਾ ਨਹੀਂ ਟੁੱਟਣਾ ਚਾਹੀਦਾ ਸੀ। ਸੋ ਆਪਾਂ ਉਹਨਾਂ ਦੀ ਸੋਚ ਤੇ ਜਾਣਾ ਹੀ ਨਹੀਂ, ਆਪਾਂ ਤਾਂ ਆਪਦੀ ਸੋਚ ਤੇ ਖੜੇ ਰਹਿਣਾ। ਜਦੋਂ ਉਹਨਾਂ ਦੀ ਸੋਚ ਚੇਂਜ ਹੋ ਗਈ, ਉਹ ਆਪਣੀ ਸੋਚ ਦੇ ਨਾਲ ਬਹਿ ਜਾਣਗੇ ਆ ਕੇ। ਸੋ ਆਪਾਂ ਉਹਨਾਂ ਦੀ ਸੋਚ ਉਹਨਾਂ ਦੀ ਸੋਚ ਤੋਂ ਰੱਬ ਬਚਾਏ, ਆਪਾਂ ਨਹੀਂ ਜਾਣਾ ਉਹਨਾਂ ਦੀ ਸੋਚ ਤੇ, ਆਪਾਂ ਆਪਦੀ ਸੋਚ ਤੇ ਖੜਨਾ। ਜਦੋਂ ਸਾਡੀ ਸੋਚ ਉਹਨਾਂ ਤੇ ਭਾਰੀ ਪੈ ਗਈ, ਆਪਣੇ ਆਪ ਅੱਜ ਨਹੀਂ ਤਾਂ ਕੱਲ, ਕੱਲ ਨਹੀਂ ਤਾਂ ਪਰਸੋਂ, ਬਾਈ ਜੀ ਆਫਟਰ ਆਲ ਤਾਂ ਹਰ ਕੋਈ ਇਨਸਾਨ ਹੈ, ਔਰ ਇਨਸਾਨ ਦੇ ਅੰਦਰ ਦਿਲ ਦਿਮਾਗ ਸਾਰਾ ਕੁਝ ਹੁੰਦਾ ਹੈ, ਉਹਦੇ ਤੇ ਕਿਤੇ ਤਾਂ ਅਸਰ ਹੋਊਗਾ ਹੀ, ਅੱਜ ਨਹੀਂ ਤਾਂ ਕੱਲ ਹੋ ਜੂ। ਉਹ ਵੇਖਣਗੇ ਨਾਲ ਕਿ ਇਹ ਵੀ ਤਾਂ ਬੈਠੇ ਨੇ ਇੱਕ ਹੌਸਲੇ ਨਾਲ, ਇਹਨਾਂ ਨੂੰ ਇੱਥੇ ਨਾ ਬਹਿਣਾ ਪੈਂਦਾ ਜੇ ਉਹਨਾਂ ਦੀ ਸਰਕਾਰ ਮੌਕੇ ਇਹ ਚੀਜ਼ਾਂ ਹੋ ਜਾਂਦੀਆਂ, ਪਰ ਨਹੀਂ ਹੋਈਆਂ। ਕੋਈ ਗੱਲ ਨਹੀਂ, ਹੁਣ ਕਰ ਲਓ। ਜੀ ਵਾਕਈ ਮੈਨੂੰ ਲੱਗਦਾ ਕਿ ਧਾਮੀ ਸਾਹਿਬ ਸ਼ਾਇਦ ਸਾਡੀ ਗੱਲ ਨੂੰ ਸੁਣਦੇ ਹੋਣ, ਕਿ ਪੱਤਰਕਾਰ ਯਾਰ ਮੇਰੇ ਗੁਆਂਢ 'ਚ ਰਹਿੰਦਾ, ਬੜਾ ਹੀ ਯਾਰ ਇਹ ਤਾਂ ਮੇਰੇ ਦੁਆਲੇ ਹੋਇਆ। ਪਰ ਮੈਂ ਬੇਨਤੀ ਕਰਨੀ ਚਾਹੁੰਦਾ ਧਾਮੀ ਸਾਹਿਬ, ਮੈਂ ਸਵਾਲ ਇਸ ਕਰਕੇ ਕੀਤਾ ਹੈਗਾ ਕਿ ਤੁਸੀਂ ਦੇਖੋ ਜਿਹੜਾ ਉਹਨਾਂ ਨੇ ਜਵਾਬ ਦਿੱਤਾ ਹੈਗਾ, ਮੈਂ ਸਵਾਲ 2-3 ਵਾਰੀ ਬਾਰ-ਬਾਰ ਘੁਮਾ ਕੇ ਇਸ ਕਰਕੇ ਕੀਤਾ ਹੈਗਾ ਕਿ ਸ਼ਾਇਦ ਕਿਸੇ ਗੱਲ ਦਾ ਅਸਰ ਹੋ ਜਾਵੇ। ਤੁਸੀਂ ਦੇਖੋ ਅੱਜ ਵੀ ਕਹਿ ਰਹੇ ਨੇ ਕਿ ਤੁਹਾਨੂੰ ਜੀ ਆਇਆਂ ਨੂੰ, ਔਰ ਇਹ ਸਾਰਾ ਕੁਝ ਨਹੀਂ ਹੋਣਾ ਚਾਹੀਦਾ, ਨਿਖੇਧੀ ਕਰ ਰਹੇ ਹੈਗੇ ਆ। ਜਾਂਦੇ 2 ਲਾਈਨਾਂ ਵਿੱਚ ਆਪਣੇ ਲੋਕਾਂ ਨੂੰ ਕੁਛ ਨਾ ਕੁਛ ਜ਼ਰੂਰ, ਖਾਸ ਕਰਕੇ ਨੌਜਵਾਨਾਂ ਨੂੰ। ਦੇਖੋ, ਜੋਸ਼ ਬਿਨਾ ਅਸੀਂ ਕਿਤੇ ਨਹੀਂ ਗਏ, ਪਰ ਜੋਸ਼ ਨੂੰ ਹੋਸ਼ ਦੇ ਨਾਲ ਚੱਲਣਾ ਹੈ। ਔਰ ਤੁਸੀਂ ਜਾਗਦੀਆਂ ਕੌਮਾਂ ਦੇ ਵਾਰਿਸ ਹੋ, ਜਾਗਦੀਆਂ ਕੌਮਾਂ ਦੇ ਰਿਪਰੈਜ਼ੈਂਟੇਟਿਵ ਹੋ। ਇਹ ਉਹ ਕੌਮਾਂ ਨੇ ਜਿਨ੍ਹਾਂ ਨੇ 1.25 ਲੱਖ ਸੇ ਇੱਕ ਬੰਦੇ ਨੂੰ ਲੜਾਇਆ ਔਰ ਸਾਬਿਤ ਕੀਤਾ ਲੜਾ ਕੇ। ਉਹ ਭਲਾ ਸਾਰਾਗੜੀ ਦੀ ਲੜਾਈ ਹੋਵੇ, ਭਲਾ ਹਰੀ ਸਿੰਘ ਨਲੂਏ ਹਰਾਂ ਦੀ ਲੜਾਈ ਹੋਵੇ, ਜਿਸ ਪ੍ਰਦੇਸ਼ ਨੂੰ ਕੋਈ ਜਿੱਤ ਨਹੀਂ ਸਕਿਆ, ਅਮਰੀਕਾ ਰਸ਼ੀਆ, ਉਹਨੂੰ ਉਸ ਜਰਨੈਲ ਨੇ ਜਿੱਤਿਆ ਸੀ। ਉਹਦੇ ਵਾਰਿਸ ਹੋ ਤੁਸੀਂ। ਅੱਜ ਸਾਡੀ ਉਸ ਕੌਮ ਦੇ ਹੀਰੇ, ਉਸ ਕੌਮ ਦੇ ਹੀਰੋ, ਅਸਲ 'ਚ ਹੀਰੋ ਅੰਦਰ ਬੈਠੇ ਨੇ। ਕੀ ਅਸੀਂ ਬੈਠੇ ਰਵਾਂਗੇ ਆਪਦੀਆਂ ਰਜਾਈਆਂ ਨੱਪ ਕੇ, ਜਾਂ ਬਾਹਰ ਆ ਕੇ ਉਹਨਾਂ ਨੂੰ ਬਾਹਰ ਲਿਆਉਣ ਦੀ ਕੋਸ਼ਿਸ਼ ਕਰਾਂਗੇ? ਬਾਹਰ ਨਿਕਲੋ, ਔਰ ਨਾਲ ਹੀ ਹੋਸ਼ ਦੀ ਗੱਲ ਮੰਨ ਕੇ ਨਿਕਲਿਓ ਜੇ। ਫਿਰ ਵੇਖਿਓ ਜੇ ਸਾਡੀ ਕੌਮ 'ਚ ਜਦੋਂ ਏਕਤਾ ਹੋ ਗਈ ਨਾ, ਤਾਂ ਸਾਡੀ ਕੌਮ ਵਰਗਾ ਕੋਈ ਨਹੀਂ। ਇਹ ਮੈਂ ਐਂ ਹੀ ਨਹੀਂ ਕਹਿ ਰਿਹਾ, ਦੁਨੀਆ ਮੰਨਦੀ ਹੈ ਸਾਡੀ ਹਿਸਟਰੀ ਨੂੰ। ਜੇ ਹਿਸਟਰੀ ਐਡੀ ਬਲਵਾਨ ਹੈ ਤਾਂ ਸਾਡਾ ਪ੍ਰੈਜ਼ੈਂਟ ਥੱਲੇ ਕਿਉਂ ਰਹਿ ਜੇ? ਇਹ ਤੁਹਾਡੇ ਨਾਲ ਹੈ। ਸੋ ਹਮ ਹਵਾ ਕੇ ਆਇਓ ਜੇ, ਔਰ ਕੰਟਰੋਲ 'ਚ ਆਪਦੇ ਤੇ ਜਾਬਤਾ ਰੱਖ ਕੇ ਆਇਓ ਜੇ। ਜ਼ਰੂਰ। ਮਾਨ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।